ਹੈਲੋ ਸਟੂਡੈਂਟਸ, ਅੱਜ ਅਸੀਂ ਪੰਜਾਬੀ ਵਿਆਕਰਨ ਜੋ ਪਾਠ ਪੁਸਤਕ ਹੈ ਉਸਦਾ ਤੀਸਰਾ ਪਾਠ ਸ਼ਬਦਬੋਧ ਅਤੇ ਸ਼ਬਦ ਰਚਨਾ ਪੜ੍ਹਨ ਜਾ ਰਹੇ ਹਾਂ। ਤਾਂ ਸ਼ਬਦਬੋਧ ਕੀ ਹੈ? ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਵਰਨ ਜੋ ਹੁੰਦੇ ਹਨ, ਅੱਖਰ ਹੁੰਦੇ ਹਨ, ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ। ਉਹਨਾਂ ਨਾਲ ਲਗਾਂ ਜਾਂ ਲਗਾਂ ਅੱਖਰਾਂ ਜੋ ਵੀ ਲੱਗਦਾ ਹੈ ਉਹਨਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ। ਵਰਨਾਂ, ਲਗਾਂ ਅਤੇ ਲਗਾ ਅੱਖਰਾਂ ਦੇ ਸੁਮੇਲ ਨਾਲ ਇੱਕ ਸ਼ਬਦ ਬਣਦਾ ਹੈ, ਸ਼ਬਦਾਂ ਦੀ ਰਚਨਾ ਹੁੰਦੀ ਹੈ। ਤਾਂ ਹਰੇਕ ਸ਼ਬਦ ਹੁੰਦਾ ਹੈ ਜੋ ਉਸ ਦਾ ਹੀ ਇੱਕ ਆਪਣਾ ਅਰਥ ਹੁੰਦਾ ਹੈ। ਤਾਂ ਵਿਆਕਰਨ ਦੇ ਜਿਹੜੇ ਭਾਗ ਵਿੱਚ ਅਸੀਂ ਸ਼ਬਦਾਂ ਦਾ ਅਧਿਐਨ ਕਰਦੇ ਹਨ ਉਸ ਨੂੰ ਸ਼ਬਦਬੋਧ ਆਖਿਆ ਜਾਂਦਾ ਹੈ। ਸ਼ਬਦਾਂ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਹੜੇ ਸ਼ਬਦ ਦਾ ਕੀ ਅਰਥ ਹੈ, ਕਿਹੜੇ ਸ਼ਬਦ ਹਨ ਜਿਨ੍ਹਾਂ ਦਾ ਅਸੀਂ ਕੋਈ ਅਧਿਐਨ ਨਹੀਂ ਕਰ ਸਕਦੇ, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੈ, ਜਾਂ ਫਿਰ ਇੱਕ ਸ਼ਬਦ ਤੋਂ ਹੋਰ ਜਿਹੜੇ ਸ਼ਬਦ ਹਨ ਉਹਨਾਂ ਦੀ ਰਚਨਾ ਕਿਵੇਂ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਅਸੀਂ ਸ਼ਬਦਬੋਧ ਦੇ ਵਿੱਚ ਪੜ੍ਹਾਂਗੇ। ਤਾਂ ਆਓ ਸਟਾਰਟ ਕਰਦੇ ਹਾਂ ਪਾਠ ਸ਼ਬਦਬੋਧ ਅਤੇ ਸ਼ਬਦ ਰਚਨਾ। ਸ਼ਬਦਬੋਧ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਵਿਆਕਰਨ ਦੇ ਜਿਹੜੇ ਭਾਗ ਵਿੱਚ ਸ਼ਬਦਾਂ ਵਰਨਾਂ ਤੋਂ ਸ਼ਬਦ ਬਣਾਉਣ ਅਤੇ ਉਹਨਾਂ ਸ਼ਬਦਾਂ ਦੀਆਂ ਅਲੱਗ-ਅਲੱਗ ਜੋ ਕਿਸਮਾਂ ਹੁੰਦੀਆਂ ਹਨ ਉਹਨਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸ ਨੂੰ ਸ਼ਬਦਬੋਧ ਆਖਦੇ ਹਨ। ਤਾਂ ਸਭ ਤੋਂ ਪਹਿਲਾਂ ਅਸੀਂ ਸ਼ਬਦ ਦੇਖਦੇ ਹਾਂ ਕਿ ਅਸੀਂ ਕਿਹੜੇ ਸ਼ਬਦਾਂ ਦਾ ਅਧਿਐਨ ਕਰਨਾ ਹੈ ਅਤੇ ਕਿਹੜੇ ਦਾ ਨਹੀਂ। ਸ਼ਬਦਾਂ ਨੂੰ ਫਿਰ ਇਸ ਕਰਕੇ ਦੋ ਭਾਗਾਂ ਦੇ ਵਿੱਚ ਵੰਡ ਲਿਆ ਜਾਂਦਾ ਹੈ। ਤਾਂ ਪਹਿਲਾ ਭਾਗ ਹੈ ਸਾਰਥਕ ਸ਼ਬਦ। ਸਾਰਥਕ ਸ਼ਬਦ ਉਹ ਸ਼ਬਦ ਹਨ ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਤੋਤਾ ਇੱਕ ਜੀਵ ਹੈ, ਮੋਹਨ ਇੱਕ ਵਿਅਕਤੀ ਦਾ ਨਾਮ ਹੈ, ਲੁਧਿਆਣਾ ਇੱਕ ਸ਼ਹਿਰ ਦਾ ਨਾਮ ਹੈ, ਖੁਸ਼ੀ ਇੱਕ ਜੋ ਭਾਵਨਾ ਹੈ, ਸਾਡੀ ਫੀਲਿੰਗ ਹੈ, ਉਸ ਦਾ ਇੱਕ ਅਰਥ ਹੈ। ਸਾਨੂੰ ਇਹਨਾਂ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਚੀਜ਼ ਦਾ ਅਸੀਂ ਨਾਂ ਲਿਆ ਹੈ। ਦੂਜੇ ਪਾਸੇ ਜੋ ਨਿਰਾਰਥਕ ਸ਼ਬਦ ਹੈ ਉਹਨਾਂ ਦਾ ਆਪਸ ਵਿੱਚ ਕੋਈ ਅਰਥ ਨਹੀਂ ਹੁੰਦਾ। ਜਿਵੇਂ ਅਸੀਂ ਅਕਸਰ ਹੀ ਕਹਿ ਦਿੰਦੇ ਹਾਂ ਚਾਹ ਚੂ, ਮੇਜ਼ ਮੂਜ। ਚਾਹ ਇੱਕ ਸਾਰਥਕ ਸ਼ਬਦ ਹੈ, ਪਰ ਇਹਦੇ ਨਾਲ ਜੋ ਲੱਗਾ ਹੈ ਚੂਹ ਸ਼ਬਦ ਹੈ, ਇਸ ਦਾ ਕੋਈ ਅਰਥ ਨਹੀਂ। ਮੂਜ਼ ਸ਼ਬਦ ਹੈ ਜੋ ਮੇਜ਼ ਦੇ ਨਾਲ ਲੱਗਾ ਹੈ, ਇਹ ਅਸੀਂ ਵੈਸੇ ਹੀ ਬੋਲ ਦਿੰਦੇ ਹਾਂ, ਪਰ ਇਸ ਦਾ ਆਪਣਾ ਕੋਈ ਅਰਥ ਨਹੀਂ। ਸਕੂਟਰ, ਸਕਾਟਰ। ਰੋਟੀ ਪਾਣੀ, ਰੋਟੀ ਰਾਟੀ, ਰਾਟੀ ਹੋ ਗਿਆ। ਪਾਣੀ ਧਾਣੀ ਦੇ ਵਿੱਚ ਧਾਣੀ ਸ਼ਬਦ, ਇਹਨਾਂ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ, ਇਸ ਕਰਕੇ ਇਹ ਸ਼ਬਦ ਨਿਰਾਰਥਕ ਸ਼ਬਦਾਂ ਦੀ ਗਿਣਤੀ ਦੇ ਵਿੱਚ ਆਉਂਦੇ ਹਨ। ਅਤੇ ਅਸੀਂ ਜਦੋਂ ਸ਼ਬਦ ਰਚਨਾ ਦੇ ਵਿੱਚ ਸ਼ਬਦਬੋਧ ਦੇ ਵਿੱਚ ਸ਼ਬਦਾਂ ਦਾ ਅਧਿਐਨ ਕਰਦੇ ਹਾਂ ਉਦੋਂ ਅਸੀਂ ਨਿਰਾਰਥਕ ਸ਼ਬਦਾਂ ਦਾ ਅਧਿਐਨ ਨਹੀਂ ਕਰਦੇ, ਸਿਰਫ ਸਾਰਥਕ ਸ਼ਬਦਾਂ ਦਾ ਹੀ ਅਧਿਐਨ ਕਰਦੇ ਹਾਂ। ਅੱਗੇ ਅਸੀਂ ਪੜ੍ਹਾਂਗੇ ਸ਼ਬਦ ਰਚਨਾ ਦੀਆਂ ਕਿਸਮਾਂ, ਕਿ ਸ਼ਬਦਾਂ ਦੀ ਰਚਨਾ ਕਿਵੇਂ ਕੀਤੀ ਜਾਂਦੀ। ਤਾਂ ਸ਼ਬਦ ਰਚਨਾ ਦੇ ਵਿੱਚ ਜੋ ਸ਼ਬਦ ਹੈ ਉਹਨਾਂ ਦੀ ਰਚਨਾ ਕਿਵੇਂ ਹੋਈ ਉਹਦੇ ਬਾਰੇ ਅਸੀਂ ਪੜ੍ਹਾਂਗੇ। ਸ਼ਬਦ ਰਚਨਾ ਦੋ ਤਰ੍ਹਾਂ ਦੀ ਹੁੰਦੀ ਹੈ, ਜਿਸ ਦੇ ਵਿੱਚ ਮੂਲ ਸ਼ਬਦ ਜਾਂ ਫਿਰ ਧਾਤੂ ਸ਼ਬਦ ਹੁੰਦੇ ਹਨ। ਮੂਲ ਸ਼ਬਦ ਜਾਂ ਧਾਤੂ ਸ਼ਬਦ ਉਹ ਹੁੰਦੇ ਹਨ ਜਿਹੜੇ ਕਿਸੇ ਹੋਰ ਸ਼ਬਦ ਤੋਂ ਨਹੀਂ ਬਣੇ, ਇਹ ਮੂਲ ਸ਼ਬਦ ਹੁੰਦੇ ਹਨ। ਮੂਲ ਮਤਲਬ ਜੜ, ਇਹ ਸ਼ੁਰੂ ਤੋਂ ਇੱਦਾਂ ਹੀ ਸ਼ਬਦ ਹਨ, ਇਹਨਾਂ ਨੂੰ ਅੱਗੇ ਅਸੀਂ ਤੋੜ ਵੀ ਨਹੀਂ ਸਕਦੇ। ਜੇ ਇਹਨਾਂ ਨੂੰ ਤੋੜ ਦੇਵਾਂਗੇ, ਕੋਈ ਵੀ ਅੱਖਰ ਇਹਦੇ ਨਾਲ ਲਗਾ ਮਾਤਰਾ ਵੀ ਲਾ ਦੇਵਾਂਗੇ ਤਾਂ ਇਸ ਦਾ ਕੋਈ ਅਰਥ ਨਹੀਂ ਰਹਿ ਜਾਵੇਗਾ। ਜਿਵੇਂ ਮੁੰਡਾ, ਕੁੜੀ, ਸੱਚ, ਪੜ੍ਹ, ਲਿਖ। ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਨੂੰ ਮੂਲ ਸ਼ਬਦ ਕਿਹਾ ਜਾਂਦਾ ਹੈ। ਰਚਿਤ ਸ਼ਬਦ ਜਿਹੜੇ ਕਿ ਮੂਲ ਸ਼ਬਦਾਂ ਦੇ ਅੱਗੇ ਉਹਨਾਂ ਤੋਂ ਬਣਾਏ ਜਾਂਦੇ ਹਨ, ਰਚੇ ਜਾਂਦੇ ਹਨ। ਜਿਵੇਂ ਕਿ ਮੁੰਡਾ ਸ਼ਬਦ ਮੂਲ ਸ਼ਬਦ ਹੈ, ਪਰ ਇਸ ਤੋਂ ਆਪਾਂ ਮੁੰਡੇ ਬਣਾ ਲਾ, ਮੁੰਡਿਆਂ ਬਣਾ ਲਾਂਗੇ। ਕਿੰਨੇ ਤਰ੍ਹਾਂ ਦੇ ਸ਼ਬਦ ਜੋ ਨਵੇਂ ਸ਼ਬਦਾਂ ਦੀ ਅਸੀਂ ਰਚਨਾ ਕਰ ਸਕਦੇ ਹਾਂ, ਇਸ ਕਰਕੇ ਇਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਹਨ। ਪੜ੍ਹ ਤੋਂ ਪੜ੍ਹਨਾ, ਪੜ੍ਹਿਆ, ਪੜ੍ਹੇਗਾ। ਕੁੜੀ ਤੋਂ ਕੁੜੀਆਂ, ਸੱਚ ਤੋਂ ਸੱਚਾ, ਸੱਚੇ ਆਦਿ ਜੋ ਸ਼ਬਦ ਹਨ ਇਹਨਾਂ ਦੀ ਰਚਨਾ ਅਸੀਂ ਕਰ ਸਕਦੇ ਹਾਂ। ਤਾਂ ਸ਼ਬਦਾਂ ਦੀ ਜੋ ਰਚਨਾ ਹੈ ਉਹ ਦੋ ਤਰੀਕੇ ਨਾਲ ਕੀਤੀ ਜਾਂਦੀ ਹੈ, ਤਾਂ ਜਿਸ ਕਰਕੇ ਰਚਿਤ ਸ਼ਬਦ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਹਨ। ਤਾਂ ਰਚਿਤ ਸ਼ਬਦ ਜੋ ਹਨ ਦੋ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਉਤਪੰਨ ਜਾਂ ਵਧੇਤਰੀ ਸ਼ਬਦ ਵੀ ਕਿਹਾ ਜਾਂਦਾ ਹੈ ਇੱਕ, ਅਤੇ ਦੂਸਰਾ ਹੈ ਸਮਾਸੀ ਸ਼ਬਦ। ਉਤਪੰਨ ਸ਼ਬਦ ਕੀ ਹੁੰਦੇ ਹਨ? ਜੋ ਮੂਲ ਸ਼ਬਦ ਹੁੰਦੇ ਹਨ, ਜਿਵੇਂ ਕਿ ਤੁਹਾਨੂੰ ਦੱਸਿਆ ਹੈ, ਜਿਨ੍ਹਾਂ ਨੂੰ ਤੋੜਿਆ ਜਾਂ ਨਹੀਂ ਜਾ ਸਕਦਾ, ਪਰ ਉਹਨਾਂ ਤੋਂ ਹੋਰ ਸ਼ਬਦ ਰਚੇ ਜਾ ਸਕਦੇ ਹਨ। ਉਹਨਾਂ ਦੇ ਅੱਗੇ ਪਿੱਛੇ ਕੋਈ ਨਾ ਕੋਈ ਵਰਨ ਅੱਖਰ ਜੋ ਲਗਾ ਦਿੱਤਾ ਜਾਂਦਾ ਹੈ। ਜਿਵੇਂ ਪਾਕ ਤੋਂ ਨਾਪਾਕ ਹੋ ਗਿਆ, ਇਹਦੇ ਮੂਹਰੇ ਨਾ ਲਾ ਦਿੱਤਾ। ਕਲਾ ਤੋਂ ਪਿਛਲੇ ਪਾਸੇ ਕੀ ਲਾ ਦਿੱਤਾ? ਕਾਰ ਲਾ ਦਿੱਤਾ, ਇਸ ਤੋਂ ਇਹ ਬਣ ਗਿਆ ਕਲਾਕਾਰ।
ਭਾਵ ਕਹਿਣ ਦਾ ਕਿ ਇਹਨਾਂ ਦੇ ਪਿੱਛੇ ਅਗੇਤਰ ਜਾਂ ਪਿਛੇਤਰ ਲਾ ਕੇ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ। ਤਾਂ ਇਹ ਉਤਪੰਨ ਜਾਂ ਵਧੇਤਰੀ ਸ਼ਬਦ ਹੁੰਦੇ ਹਨ। ਦੂਜੇ ਪਾਸੇ ਹਨ ਜੋ ਸਮਾਸੀ ਸ਼ਬਦ ਹਨ, ਜੋ ਕਿ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਦੇ ਹਨ। ਇੱਕ ਨਵਾਂ ਸ਼ਬਦ ਬਣਾਇਆ ਜਾਂਦਾ ਹੈ, ਜਿਵੇਂ ਕਿ ਹਰਮਨ ਇੱਕ ਵੱਖਰਾ ਸ਼ਬਦ ਹੈ ਅਤੇ ਪਿਆਰਾ ਸ਼ਬਦ ਅਲੱਗ ਹੈ, ਤਾਂ ਇਸ ਤੋਂ ਇੱਕ ਨਵਾਂ ਸ਼ਬਦ ਬਣਾ ਦਿੱਤਾ ਜਾਂਦਾ ਹੈ ਇਹਨੂੰ ਜੋੜ ਕੇ, ਹਰਮਨ ਪਿਆਰਾ। ਗੋਰਾ ਅਤੇ ਚਿੱਟਾ ਇਹ ਅਲੱਗ-ਅਲੱਗ ਸ਼ਬਦ ਹਨ, ਪਰ ਇਹਨਾਂ ਨੂੰ ਦੋਵਾਂ ਨੂੰ ਜੋੜ ਕੇ ਗੋਰਾ ਚਿੱਟਾ ਬਣਾ ਦਿੱਤਾ ਜਾਂਦਾ ਹੈ। ਮੁੜ-ਮੁੜ, ਘਰ-ਬਾਰ, ਵੈਰ ਵਿਰੋਧ ਆਦਿ ਇਹ ਜੋ ਸ਼ਬਦ ਹਨ ਸਮਾਸੀ ਸ਼ਬਦ ਹਨ। ਕਹਿਣ ਦਾ ਭਾਵ ਸਮਾਸੀ ਸ਼ਬਦ ਹਨ ਜੋ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਦੇ ਹਨ, ਜਦ ਕਿ ਉਤਪੰਨ ਜਾਂ ਵਧੇਤਰੀ ਸ਼ਬਦ ਇਹ ਦੋ ਸ਼ਬਦਾਂ ਦੇ ਸੁਮੇਲ ਤੋਂ ਨਹੀਂ ਬਣਦੇ, ਸਗੋਂ ਇਹਨਾਂ ਦੇ ਅੱਗੇ ਪਿੱਛੇ ਅਗੇਤਰ ਜਾਂ ਪਿਛੇਤਰ ਲਗਾ ਕੇ ਇਹਨਾਂ ਨੂੰ ਬਣਾਇਆ ਜਾਂਦਾ ਹੈ। ਅੱਗੇ ਹੈ ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਕਿਸਮਾਂ, ਕਿ ਕਿਵੇਂ ਸ਼ਬਦਾਂ ਦੀ ਉਤਪਤੀ ਹੁੰਦੀ ਹੈ, ਨਵੇਂ ਸ਼ਬਦ ਕਿਵੇਂ ਬਣਦੇ ਹਨ। ਤਾਂ ਇੱਕ ਤਤਸਮ ਸ਼ਬਦ ਹੈ ਅਤੇ ਇੱਕ ਤਦਭਵ ਹੈ। ਤਤਸਮ ਸ਼ਬਦ ਹੁੰਦਾ ਹੈ ਜੋ ਕੋਈ ਵੀ ਸ਼ਬਦ ਹੈ ਜੋ ਕਿ ਪਹਿਲਾਂ ਤੋਂ ਪੁਰਾਣੇ ਸਮੇਂ ਤੋਂ ਜੋ ਚੱਲਿਆ ਆ ਰਿਹਾ ਹੈ, ਉਸ ਨੂੰ ਅਸੀਂ ਉਸੇ ਰੂਪ ਵਿੱਚ ਹੀ ਵਰਤਦੇ ਹਾਂ, ਉਸ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕਰ ਸਕਦੇ, ਚਾਹੇ ਉਹ ਭਾਵੇਂ ਕਿਸੇ ਹੋਰ ਭਾਸ਼ਾ ਤੋਂ ਹੋਵੇ ਲਿਆ ਹੋਵੇ, ਚਾਹੇ ਆਪਣੀ ਭਾਸ਼ਾ ਦਾ ਹੋਵੇ। ਜਿਵੇਂ ਕਿ ਅੰਗਰੇਜ਼ੀ ਦਾ ਸ਼ਬਦ ਬੱਸ ਹੈ, ਤਾਂ ਅਸੀਂ ਪੰਜਾਬੀ ਦੇ ਵਿੱਚ ਵੀ ਇਸ ਨੂੰ ਬੱਸ ਹੀ ਕਹਾਂਗੇ। ਸਕੂਲ ਸ਼ਬਦ ਨੂੰ ਸਕੂਲ ਹੀ ਕਹਾਂਗੇ, ਇਸ ਦੇ ਵਿੱਚ ਅਸੀਂ ਕੋਈ ਵੀ ਬਦਲਾਅ ਨਹੀਂ ਕੀਤਾ। ਬਹੁਤ ਸਾਰੇ ਇੱਦਾਂ ਦੇ ਸ਼ਬਦ ਹਨ। ਗਲਾਸ ਸ਼ਬਦ ਅਸੀਂ ਉਸੇ ਤਰ੍ਹਾਂ ਵਰਤਦੇ ਹਾਂ। ਪੁੱਤਰ, ਮਿੱਤਰ, ਸ਼ਕਤੀ, ਲਘੂ, ਯਾਤਰਾ, ਚਸ਼ਮਾ, ਬੰਦੂਕ, ਵਕੀਲ, ਗਜ਼ਲ, ਤਾਰੀਖ, ਸ਼ਕਤੀ, ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਹਨ। ਸਾਡੇ ਪੰਜਾਬੀ ਦੇ ਆਪਦੇ ਵੀ ਜੋ ਮੂਲ ਸ਼ਬਦ ਹਨ ਤਤਸਮ ਸ਼ਬਦ ਹਨ, ਜਿਨ੍ਹਾਂ ਪੜ੍ਹ, ਲਿਖ, ਕਰ ਆਦਿ ਜੋ ਹਨ ਇਹ ਤਤਸਮ ਸ਼ਬਦ ਹਨ। ਇਹਨਾਂ ਨੂੰ ਕਿਸੇ ਹੋਰ ਸ਼ਬਦ ਤੋਂ ਨਹੀਂ ਬਣਾਇਆ ਗਿਆ, ਜਿਵੇਂ ਕਿ ਪਹਿਲਾਂ ਇਹ ਸ਼ਬਦ ਹੈ ਮੂਲ ਸ਼ਬਦ ਹਨ ਉਸੇ ਰੂਪ ਵਿੱਚ ਹੀ ਵਰਤੇ ਜਾਂਦੇ ਹਨ। ਤਦਭਵ ਸ਼ਬਦ ਹੁੰਦੇ ਹਨ ਜੋ ਤਤਸਮ ਸ਼ਬਦਾਂ ਤੋਂ ਅੱਗੇ ਇਹਨਾਂ ਦੀ ਰਚਨਾ ਹੁੰਦੀ ਹੈ, ਭਾਵ ਇਹ ਨਵੇਂ ਬਣਾਏ ਜਾਂਦੇ ਹਨ, ਘੜੇ ਜਾਂਦੇ ਹਨ, ਜਾਂ ਫਿਰ ਕਿਸੇ ਹੋਰ ਭਾਸ਼ਾ ਤੋਂ ਜੋ ਸ਼ਬਦ ਹੁੰਦਾ ਹੈ ਉਸ ਨੂੰ ਅਸੀਂ ਆਪ ਦੇ ਹਿਸਾਬ ਨਾਲ ਉਸ ਨੂੰ ਬਦਲ ਦਿੰਦੇ ਹਾਂ। ਜਿਵੇਂ ਅੰਗਰੇਜ਼ੀ ਦਾ ਸ਼ਬਦ ਹੈ ਅਲਮੀਰਾ, ਪਰ ਅਸੀਂ ਪੰਜਾਬੀ ਦੇ ਵਿੱਚ ਅਲਮੀਰਾ ਨਹੀਂ ਅਲਮਾਰੀ ਕਹਿੰਦੇ ਹਾਂ, ਅਸੀਂ ਆਪਦੇ ਮੁਤਾਬਕ ਇਸ ਸ਼ਬਦ ਨੂੰ ਢਾਲ ਲਿਆ। ਸੈਲਡ ਨੂੰ ਅਸੀਂ ਸਲਾਦ ਕਹਿ ਦਿੰਦੇ ਹਾਂ। ਜੋ ਹਿੰਦੀ ਦਾ ਸ਼ਬਦ ਹੈ ਸਿਕਸ਼ਾ, ਤਾਂ ਉਸ ਨੂੰ ਅਸੀਂ ਸਿੱਖਿਆ ਕਹਿ ਦਿੰਦੇ ਹਾਂ। ਹਿਰਦਿਆ ਤੋਂ ਅਸੀਂ ਹਿਰਦਾ ਕਹਿ ਦਿੰਦੇ ਹਾਂ। ਸੰਸਕ੍ਰਿਤ ਦਾ ਸ਼ਬਦ ਪੰਚ ਹੈ, ਉਸ ਨੂੰ ਅਸੀਂ ਪੰਜ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਜੋ ਤਦਭਵ ਸ਼ਬਦ ਹੈ ਇਹ ਤਤਸਮ ਸ਼ਬਦਾਂ ਤੋਂ ਅੱਗੇ ਇਹਨਾਂ ਨੂੰ ਰਚਿਆ ਜਾਂਦਾ ਹੈ, ਇਹਨਾਂ ਨੂੰ ਬਣਾਇਆ ਜਾਂਦਾ ਹੈ ਜਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਕੁਝ ਸ਼ਬਦ ਦੇਸੀ ਸ਼ਬਦ ਵੀ ਹੁੰਦੇ ਹਨ, ਜੋ ਕਿ ਹਰੇਕ ਭਾਸ਼ਾ ਦੇ ਆਪਦੇ ਲੋਕਲ ਜਾਂ ਸਥਾਨਕ ਸ਼ਬਦ ਹੁੰਦੇ ਹਨ। ਜਿਵੇਂ ਕਿ ਪੰਜਾਬੀ ਦੇ ਹਨ ਇੱਟ, ਕਈ, ਦਾਤਰੀ, ਕੜਾਹ, ਕੱਦੂ। ਇਹ ਕਿਸੇ ਹੋਰ ਭਾਸ਼ਾ ਦੇ ਵਿੱਚੋਂ ਨਹੀਂ ਲਏ ਗਏ, ਸਗੋਂ ਲੋਕ ਜੀਵਨ ਵਿੱਚੋਂ ਇਹ ਪੈਦਾ ਹੋਏ ਹਨ। ਰੂਪ ਦੇ ਆਧਾਰ 'ਤੇ ਸ਼ਬਦਾਂ ਦੀਆਂ ਕਿਸਮਾਂ ਵਿਕਾਰੀ ਅਤੇ ਅਵਿਕਾਰੀ ਸ਼ਬਦ ਹੁੰਦੇ ਹਨ। ਤਾਂ ਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਬਦਲ ਲੈਂਦੇ ਹਾਂ। ਮੁੰਡਾ ਸ਼ਬਦ ਹੈ, ਇਸ ਤੋਂ ਅਸੀਂ ਨਵਾਂ ਸ਼ਬਦ ਬਣਾ ਸਕਦੇ ਹਨ ਮੁੰਡੇ, ਮੁੰਡਿਆਂ, ਮੁੰਡਿਓ, ਓਏ ਮੁੰਡਿਆ। ਘੋੜਾ ਸ਼ਬਦ ਤੋਂ ਘੋੜੇ, ਘੋੜਿਆਂ। ਘਰ ਤੋਂ ਘਰੋਂ, ਘਰਾਂ, ਘਰੇਲੂ। ਕਿੰਨੇ ਸਾਰੇ ਸ਼ਬਦਾਂ ਦੀ ਰਚਨਾ ਅਸੀਂ ਕਰ ਸਕਦੇ ਹਾਂ। ਤਾਂ ਭਾਸ਼ਾ ਦੇ ਵਿੱਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਦੇ ਵਿੱਚ ਸਮੇਂ ਦੇ ਅਨੁਸਾਰ ਬਦਲਾਅ ਆਉਂਦਾ ਹੈ, ਤਾਂ ਵਿਆਕਰਨ ਦੇ ਨਿਯਮਾਂ ਅਨੁਸਾਰ ਅਸੀਂ ਉਹਨਾਂ ਨੂੰ ਬਦਲਦੇ ਰਹਿੰਦੇ ਹਾਂ। ਜਦ ਕਿ ਦੂਜੇ ਪਾਸੇ ਅਵਿਕਾਰੀ ਸ਼ਬਦ ਹੈ, ਜਿਹੜੇ ਮੂਲ ਜਾਂ ਧਾਤੂ ਰੂਪ ਵਿੱਚ ਵਿਆਕਰਨ ਨਿਯਮਾਂ ਅੰਤਰਗਤ ਕੋਈ ਵੀ ਉਹਨਾਂ ਦੇ ਵਿੱਚ ਬਦਲਾਅ ਨਹੀਂ ਆਉਂਦਾ, ਨਾ ਹੀ ਸੰਭਵ ਹੈ। ਜਿਵੇਂ ਤੇ ਸ਼ਬਦ ਹੈ, ਇਸ ਨੂੰ ਅਸੀਂ ਤੇ ਹੀ ਵਰਤਾਂਗੇ, ਅਤੇ ਨੂੰ ਹਮੇਸ਼ਾ ਅਤੇ ਹੀ ਵਰਤਿਆ ਜਾਊਗਾ। ਕਿ, ਜੋ, ਪਰ, ਸਗੋਂ, ਇਹ ਸਾਰੇ ਕਿਸਮ ਜੋ ਯੋਜਕ ਹੈ, ਖਾਸ ਕਰਕੇ ਇਹ ਜੋ ਅਵਿਕਾਰੀ ਹੁੰਦੇ ਹਨ, ਕਿਉਂਕਿ ਇਹਨਾਂ ਦੇ ਵਿੱਚ ਸਮੇਂ ਅਨੁਸਾਰ ਕੋਈ ਬਦਲਾਅ ਨਹੀਂ ਆਉਂਦਾ ਅਤੇ ਨਾ ਹੀ ਅਸੀਂ ਇਹਨਾਂ ਦੇ ਵਿੱਚ ਬਦਲਾਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਵਿਆਕਰਨ ਦੇ ਪੱਖੋਂ ਦੇਖਿਆ ਜਾਵੇ ਤਾਂ ਹਰੇਕ ਭਾਸ਼ਾ ਦੇ ਵਿੱਚ ਹਰੇਕ ਇਨਸਾਨ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸ਼ਬਦ ਬੋਲਦਾ ਹੈ। ਤਾਂ ਉਹਨਾਂ ਸ਼ਬਦਾਂ ਦੀ ਵੀ ਅੱਗੇ ਵੰਡ ਕੀਤੀ ਗਈ ਹੈ, ਕੁਝ ਵਰਗੀਕਰਨ ਕੀਤਾ ਗਿਆ ਹੈ। ਉਹਨਾਂ ਦੇ ਵਿੱਚ ਕੁਝ ਚੀਜ਼ਾਂ ਜਾਂ ਵਿਅਕਤੀਆਂ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ। ਨਾਮ ਦੀ ਜਗ੍ਹਾ 'ਤੇ ਵਰਤੇ ਜਾਣ ਵਾਲੇ ਪੜਨਾਂਵ ਹਨ।
ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਵਿਸ਼ੇਸ਼ਣ ਹਨ। ਇਸ ਤੋਂ ਇਲਾਵਾ ਜੋ ਅਸੀਂ ਰੋਜ਼ਾਨਾ ਜੀਵਨ ਵਿੱਚ ਐਕਟੀਵਿਟੀ ਜੋ ਕਿਰਿਆਵਾਂ ਕਰਦੇ ਹਨ ਉਸ ਨੂੰ ਕਿਰਿਆ ਕਹਿੰਦੇ ਹਨ, ਜਿਵੇਂ ਖਾਣਾ ਪੀਣਾ ਸੌਣਾ। ਕਿਰਿਆ ਦੀ ਜੋ ਵਿਸ਼ੇਸ਼ਤਾ ਦੱਸਦੇ ਹਨ ਉਹ ਕਿਰਿਆ ਵਿਸ਼ੇਸ਼ਣ ਹਨ। ਜੋ ਦੋ ਸ਼ਬਦਾਂ ਦੇ ਵਿੱਚ ਸੰਬੰਧ ਦੱਸਦੇ ਹਨ ਉਹ ਸੰਬੰਧਕ ਹਨ। ਜੋ ਦੋ ਵਾਕਾਂ ਦੇ ਵਿੱਚ ਸੰਬੰਧ ਦੱਸਦੇ ਹਨ ਉਹ ਯੋਜਕ ਹਨ। ਇਸ ਤੋਂ ਇਲਾਵਾ ਜੋ ਵਿਸਮਿਕ ਹੁੰਦੇ ਹਨ, ਜੋ ਹੈਰਾਨੀ ਜਾਂ ਖੁਸ਼ੀ ਵਾਲੇ ਸ਼ਬਦ ਹੁੰਦੇ ਹਨ। ਭਾਵ ਸ਼ਬਦਾਂ ਦਾ ਜੋ ਵਰਗੀਕਰਨ ਕੀਤਾ ਗਿਆ। ਉਮੀਦ ਹੈ ਕਿ ਤੁਹਾਨੂੰ ਇਹ ਸਭ ਜ਼ਰੂਰ ਇਹ ਜੋ ਪਾਠ ਹੈ ਇਸ ਦੀ ਸਮਝ ਜ਼ਰੂਰ ਆ ਗਈ ਹੋਵੇਗੀ। ਧੰਨਵਾਦ। ਜੇ ਕੋਈ ਵੀ ਸਮੱਸਿਆ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਧੰਨਵਾਦ।